प्रेज लॉर्ड हालेलुया। खुदावंद प्रभु यीशु मसीह ਦਾ ਸ਼ੁਕਰ ਕਰਦੇ ਦਾ ਧੰਨਵਾਦ ਕਰਦੇ ਹਾਂ। ਉਹਦੇ ਨਾਮ ਨੂੰ ਇੱਜ਼ਤ, ਉਹਦੇ ਨਾਮ ਨੂੰ ਚਲਾ ਦਿੰਦੇ ਹਾਂ। ਔਰ ਪਰਮੇਸ਼ਰ ਦਾ ਵਚਨ ਅੱਜ ਦੇਖਣ ਲਈ ਅਸੀਂ ਜਾ ਰਹੇ ਹਾਂ ਔਰ ਸਿੱਖਣ ਲਈ ਜਾ ਰਹੇ ਹਾਂ ਕਿ ਪ੍ਰਭੂ ਦਾ ਸ਼ੁਕਰ ਕਰਦੇ ਅੱਜ ਦਾ ਅੱਛਾ ਤੇ ਪਵਿੱਤਰ ਦਿਨ ਜੋ ਸਾਡੀਆਂ ਜ਼ਿੰਦਗੀਆਂ ਵਿੱਚ ਲੈ ਕੇ ਆਉਂਦਾ ਹੈ। ਤੇ ਪਹਿਲਾਂ ਅਸੀਂ ਪਰਮੇਸ਼ਰ ਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਗੀਤਾਂ ਦੇ ਰਾਹੀਂ, ਵਚਨਾਂ ਦੇ ਰਾਹੀਂ, ਗਵਾਹੀਆਂ ਦੇ ਰਾਹੀਂ ਕੀਤੀ। ਹੁਣ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਅਸੀਂ ਸਿੱਖਣ ਲਈ ਜਾ ਰਹੇ ਹਾਂ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਮੇਰੇ ਸਾਰੇ ਹੁਕਮਾਂ ਦੀ ਜਿਹੜੀ ਆ ਪਾਲਣਾ ਕਰੋ ਔਰ ਮਨ ਲਾ ਕੇ ਮੇਰੇ ਵਚਨਾਂ ਨੂੰ ਸੁਣੋ ਅਤੇ ਉਹਨਾਂ ਦੇ ਹੁਕਮਾਂ ਦੇ ਉੱਪਰ ਚੱਲੋ। ਹਾਲੇਲੂਇਆ। ਸੋ ਪਰਮੇਸ਼ਰ ਦੇ ਵਚਨ 'ਚ ਲਿਖਿਆ ਪਵਿੱਤਰ ਸਾਡੀ ਦੀ ਕਿਤਾਬ ਉਹਦਾ 28 ਬਾਬ ਉਹਦੀ ਇੱਕ ਐਤ ਤੋਂ ਆਪਾਂ ਜਦੋਂ ਦੇਖਦੇ ਹਾਂ ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਆਪਣੇ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਜੇਕਰ ਅਸੀਂ ਪਰਮੇਸ਼ਰ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਜਿਹੜੀ ਆ ਮਨ ਲਾ ਕੇ ਸੁਣਨੀ ਅਤੇ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਹੈ। ਹਾਲੇਲੂਇਆ। ਸੋ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਆ ਇਹ ਦੱਸਦਾ ਹੈ ਕਿ ਅਸੀਂ ਪਰਮੇਸ਼ਰ ਦੀ ਆਵਾਜ਼ ਜਿਹੜੀ ਆ ਮਨ ਲਾ ਕੇ ਸੁਣਨੀ ਆ। ਪਰਮੇਸ਼ਰ ਦੇ ਵਚਨ 'ਚ ਇੱਕ ਜਗ੍ਹਾ ਤੇ ਲਿਖਿਆ ਕਿ ਇਹ ਪਰਮੇਸ਼ਰ ਦਾ ਵਚਨ ਜਿਹੜਾ ਆਪਣੇ ਪੂਰੇ ਚਿੱਤ ਦੇ ਨਾਲ, ਪੂਰੇ ਮਨ ਦੇ ਨਾਲ ਜਿਹੜਾ ਸੁਣ ਤੇ ਉਹਦੇ ਸਾਰੇ ਹੁਕਮਾਂ ਦੇ ਉੱਪਰ ਚੱਲ। ਇੱਕ ਹੁਕਮ ਵੀ ਜਿਹੜਾ ਅਸੀਂ ਉਹ ਇਗਨੋਰ ਨਹੀਂ ਕਰ ਸਕਦੇ, ਇੱਕ ਹੁਕਮ ਵੀ ਜਿਹੜਾ ਅਸੀਂ ਉਹਨੂੰ ਛੱਡ ਨਹੀਂ ਸਕਦੇ। ਪਰਮੇਸ਼ਰ ਦੇ ਵਚਨ ਹੈ ਸਾਰੇ ਹੁਕਮਾਂ ਦੀ। ਹਾਲੇਲੂਇਆ। ਇਹ ਨਹੀਂ ਕਿ ਅਸੀਂ ਇੱਕ ਹੁਕਮ ਦਾ ਅਸੀਂ ਪਾਲਣਾ ਕਰ ਲਈ, ਦੂਜਾ ਹੁਕਮ ਤੋੜ ਦਿੱਤਾ, ਇਹ ਨਹੀਂ। ਪਰਮੇਸ਼ਰ ਦੇ ਵਚਨ ਲਿਖਿਆ ਸਾਰੇ ਹੁਕਮਾਂ ਦੀ ਪਾਲਣਾ ਕਰ। ਸੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਅਸੀਂ ਜਦੋਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਾਂਗੇ, ਉਹਦਾ ਵਚਨ ਜਿਹੜਾ ਹੈ ਅਸੀਂ ਮਨ ਲਾ ਕੇ ਸੁਣਦੇ ਹਾਂ ਤੇ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰਦੇ ਹਾਂ, ਤੇ ਪਰਮੇਸ਼ਰ ਵੀ ਸਾਡੇ ਨਾਲ ਹੈ ਤੇ ਪਰਮੇਸ਼ਰ ਵੀ ਸਾਨੂੰ ਸਿੱਧ ਕਰਦਾ ਹੈ। ਪਰਮੇਸ਼ਰ ਸਾਨੂੰ ਆਪਣੇ ਵਿੱਚ ਜਿਹੜਾ ਚੱਲਣ ਦੇ ਯੋਗ ਬਣਾਉਂਦਾ ਹੈ ਔਰ ਸਾਨੂੰ ਚਲਾਉਂਦਾ ਹੈ ਤਾਂ ਕਿ ਅਸੀਂ ਪਰਮੇਸ਼ਰ ਦੀ ਬਾਣੀ ਜਿਹੜੀ ਆ ਉਹ ਸਿੱਖੀਏ ਅਤੇ ਲੋਕਾਂ ਨੂੰ ਸੁਣਾਈਏ ਤੇ ਪਰਮੇਸ਼ਰ ਆਪਣੇ ਕਲਾਮ ਦੇ ਗਹਿਰੇ ਗਹਿਰੇ ਭੇਦ ਜਿਹੜਾ ਆ ਉਹ ਸਾਡੇ ਉੱਤੇ ਖੋਲਦਾ। ਜਦੋਂ ਅਸੀਂ ਪਰਮੇਸ਼ਰ ਦਾ ਵਚਨ ਦੀ ਪਾਲਣਾ ਕਰਦੇ ਤੇ ਉਹਦੀ ਆਵਾਜ਼ ਨੂੰ ਜਿਹੜੀ ਆ ਉਹ ਮਨ ਲਾ ਕੇ ਸੁਣਦੇ ਆ ਤੇ ਉਹਦੇ ਸਾਰੇ ਹੁਕਮਾਂ ਦੇ ਉੱਪਰ ਚੱਲਦੇ ਆ। ਹਾਲੇਲੂਇਆ। ਉਸ ਤੋਂ ਬਾਅਦ ਅਸੀਂ ਦੇਖਾਂਗੇ ਮਲਾਕੀ ਦੀ ਕਿਤਾਬ ਉਹਦੀ 3 ਬਾਬ ਦੇਖਾਂਗੇ। ਪਰਮੇਸ਼ਰ ਦੇ ਵਿੱਚੋਂ ਮਲਾਕੀ 3 ਬਾਬ ਸ਼ੁਰੂ ਤੋਂ ਆਪਾਂ ਦੇਖਾਂਗੇ। ਵੇਖੋ ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ ਅਤੇ ਪ੍ਰਭੂ ਜਿਹਨੂੰ ਤੁਸੀਂ ਭਾਲਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ। ਹਾਲੇਲੂਇਆ। ਫਿਰ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਜਦੋਂ ਤੁਸੀਂ ਉਹਦੇ ਵਚਨ ਨੂੰ ਮਨ ਲਾ ਕੇ ਸੁਣੋਗੇ ਤੇ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਫਿਰ ਪਰਮੇਸ਼ਰ ਸਾਨੂੰ ਦੱਸਦਾ ਹੈ ਕਿ ਕਹਿੰਦਾ ਵੇਖੋ ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਅਤੇ ਉਹ ਮੇਰੇ ਅੱਗੇ ਮੇਰੇ ਰਾਹ ਨੂੰ ਤਿਆਰ ਕਰੇਗਾ। ਹਾਲੇਲੂਇਆ। ਮੇਰੇ ਜੀਜੋ ਜਦੋਂ ਯਿਸੂ ਮਸੀਹ ਜੂਨਾ ਜਿਹੜਾ ਯਿਸੂ ਮਸੀਹ ਨੇ ਜਦੋਂ ਜੂਨਾ ਜਿਹੜਾ ਬੈਪਤਿਜ਼ਮ ਦੇਣ ਵਾਲਾ ਸੀ ਉਹਨੂੰ ਪਹਿਲਾਂ ਹੀ ਘੱਲਿਆ ਸੀਗਾ ਤੇ ਜਾ ਕੇ ਰਾਹ ਨੂੰ ਸਿੱਧਾ ਕਰ, ਲੋਕਾਂ ਨੂੰ ਦੱਸ ਪ੍ਰਭੂ ਦੇ ਵਿੱਚ ਹੋ ਕੇ ਪਰਮੇਸ਼ਰ ਦਾ ਬਾਣੀ ਲੋਕਾਂ ਨੂੰ ਸੁਣਾ, ਤੋਬਾ ਦੇ ਲਈ ਬੈਪਤਿਜ਼ਮ ਉਹ ਲੋਕ ਲੈਣ ਤੇ ਤੋਬਾ ਕਰਨ। ਅਤੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਪਹਿਲਾਂ ਹੀ ਜੂਨਾ ਜਿਹੜਾ ਬੈਪਤਿਜ਼ਮ ਦੇਣ ਵਾਲਾ ਜੂਨਾ ਜਿਹੜਾ ਸੀਗਾ ਬੈਪਤਿਜ਼ਮ ਦੇਣਾ ਉਹਨੂੰ ਪਹਿਲਾਂ ਘੱਲਿਆ ਸੀਗਾ ਪਰਮੇਸ਼ਰ ਨੇ। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਜਦੋਂ ਮਲਾਕੀ ਦੀ ਕਿਤਾਬ 3 ਬਾਬ ਦੀ 1 ਜਿਹਦੇ ਕਹਿੰਦਾ ਵੇਖੋ ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ। ਮੇਰੇ ਜੀਜੋ ਜਦੋਂ ਅਸੀਂ ਉਹਦੇ ਹੁਕਮਾਂ ਦੀ ਅਸੀਂ ਪੂਰੇ ਤੌਰ ਤੇ ਪਾਲਣਾ ਕਰਦੇ ਹਾਂ ਤੇ ਪੂਰੇ ਹੁਕਮਾਂ ਦੇ ਉੱਪਰ ਚੱਲਦੇ ਹਾਂ, ਫਿਰ ਪਰਮੇਸ਼ਰ ਸਾਡੇ ਲਈ ਕੀ ਕਰਦਾ ਹੈ? ਦੂਤ ਨੂੰ ਘੱਲਦਾ ਹੈ ਕਿ ਉਹ ਕੀ ਅੱਗੇ ਰਾਹ ਨੂੰ ਤਿਆਰ ਕਰੇ, ਜੋ ਸਾਡੇ ਰਾਹ ਨੂੰ ਫਿਰ ਤਿਆਰ ਕਰਦਾ ਹੈ, ਸਾਨੂੰ ਉਹਦੇ ਵਿੱਚ ਚੱਲਣ ਦੀ ਸ਼ਕਤੀ ਦਿੰਦਾ ਹੈ, ਸਾਨੂੰ ਉਹਦੇ ਵਿੱਚ ਚੱਲਣ ਦੇ ਲਈ ਸਾਨੂੰ ਹਕਮਤ ਦਿਨਾਈ ਦਿੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਉਹਦੇ ਵਿੱਚ ਚੱਲਣਾ ਹੈ। ਉਹ ਸਾਡੇ ਰਾਹ ਨੂੰ ਜਿਹੜਾ ਆ ਉਹ ਤਿਆਰ ਕਰੇਗਾ ਅਤੇ ਪ੍ਰਭੂ ਜਿਹਨੂੰ ਤੁਸੀਂ ਭਾਲਦੇ ਹੋ ਅਚਾਨਕ ਆਪਣੀ ਹੈਕਲ ਦੇ ਵਿੱਚ ਆ ਜਾਵੇਗਾ। ਫਿਰ ਜਿਹੜਾ ਹੈ ਪ੍ਰਭੂ ਜਿਹੜਾ ਆ ਜਿਹਨੂੰ ਤੁਸੀਂ ਭਾਲਦੇ ਆ, ਹਾਲੇਲੂਇਆ, ਜਿਸ ਪ੍ਰਭੂ ਨੂੰ ਤੁਸੀਂ ਭਾਲਦੇ ਹੋ ਅਚਾਨਕ ਤੁਹਾਡੀ ਹੈਕਲ ਦੇ ਵਿੱਚ ਆ ਜਾਏਗਾ। ਮੇਰੇ ਜਦੋਂ ਅਸੀਂ ਆਪਣੇ ਦਿਲ ਨੂੰ ਪਾਕ ਤੇ ਸਾਫ਼ ਕਰਕੇ ਉਹਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਬਿਲਕੁਲ ਅਸੀਂ ਪੂਰੀ ਤੌਰ ਤੇ ਦਿਲਾਂ ਨੂੰ ਆਪਾਂ ਤਿਆਰ ਕਰਦੇ ਹਾਂ, ਉਹ ਜਿਹੜੀ ਹੈਕਲ ਕਿਹਦੀ ਹੈਕਲ ਦੀ ਗੱਲ ਕਰ ਰਿਹਾ? ਉਹ ਦਿਲ ਦੀ ਹੈਕਲ ਦੀ ਗੱਲ ਕਰ ਰਿਹਾ ਕਿ ਪਰਮੇਸ਼ਰ ਅਚਾਨਕ ਤੁਹਾਡੇ ਦਿਲ ਦੇ ਵਿੱਚ ਫਿਰ ਆ ਜਾਏਗਾ ਤੇ ਤੁਹਾਡੇ ਵਿੱਚ ਕੀ ਕਰੇਗਾ? ਵਾਸ ਕਰੇਗਾ। ਮੇਰੇ ਵਿੱਚ ਹਾਲੇਲੂਇਆ। ਜੇਕਰ ਸੱਚਮੁੱਚ ਅਸੀਂ ਪ੍ਰਭੂ ਨੂੰ ਆਪਣੇ ਦਿਲ ਦੇ ਵਿੱਚ ਬੁਲਾਉਣਾ, ਆਪਣੀ ਹੈਕਲ ਦੇ ਵਿੱਚ ਬੁਲਾਉਣਾ ਚਾਹੁੰਦੇ ਆ ਤਾਂ ਅਸੀਂ ਆਪਣੇ ਦਿਲ ਨੂੰ ਜਿਹੜਾ ਆ ਉਹ ਬਿਲਕੁਲ ਪਿਓਰ ਸਾਫ਼ ਕਰਨਾ ਹੈ ਤਾਂ ਫਿਰ ਪਰਮੇਸ਼ਰ ਅਚਾਨਕ ਹੀ ਤੁਹਾਡੀ ਹੈਕਲ ਦੇ ਵਿੱਚ, ਤੁਹਾਡੇ ਦਿਲ ਦੇ ਵਿੱਚ ਜਿਹੜਾ ਆ ਉਹ ਆ ਜਾਏਗਾ। ਹਾਲੇਲੂਇਆ। ਵੇਖੋ ਉਹ ਆਉਂਦਾ ਹੈ, ਸੈਨਾ ਦਾ ਯਹੋਵਾ ਆਖਦਾ ਹੈ, ਪਰ ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ? ਕਹਿੰਦਾ ਉਹਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ? ਕੌਣ? ਉਹੀ ਲੋਕੀ ਸਹਾਰ ਸਕਦੇ ਜਿਹੜੇ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਉਹ ਪਵਿੱਤਰਤਾ ਦੇ ਵਿੱਚ ਬਤੀਤ ਕਰਦੇ ਆ, ਉਹੀ ਉਹਦੇ ਦਿਨ ਨੂੰ ਸਹਾਰ ਸਕਦੇ। ਮੇਰੇ ਜੀਜੋ
ਬਹੁਤ ਸਾਰੇ ਲੋਕ ਜਿਹੜੇ ਨਹੀਂ ਪਰਮੇਸ਼ਰ ਨੂੰ ਮੰਨਦੇ ਆ, ਉਸ ਨੂੰ ਸਹਾਰ ਨਹੀਂ ਸਕਣਗੇ, ਕਿਉਂਕਿ ਉਹਦਾ ਰੂਪ ਜਿਹੜਾ ਹੈ ਐਸਾ ਹੋਏਗਾ, ਉਹ ਉਹਨਾਂ ਨੂੰ ਸਹਾਰ ਨਹੀਂ ਸਕਣਗੇ। ਉਹੀ ਲੋਕ ਜਿਹੜੇ ਆ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਆ, ਉਹਦੀ ਪਾਲਣਾ ਕਰਦੇ ਤੇ ਉਹਦੇ ਹੁਕਮਾਂ ਦੇ ਉੱਪਰ ਚੱਲਦੇ ਆ, ਉਹੀ ਉਹਦੇ ਰੂਪ ਨੂੰ ਸਹਾਰ ਸਕਣਗੇ। ਹਾਲੇਲੂਇਆ। ਲਿਖਿਆ ਪਰਮੇਸ਼ਰ ਦੇ ਵਚਨ 'ਚ, ਪਰ ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ ਤੇ ਕੌਣ ਖੜਾ ਰਹੇਗਾ ਜਦ ਉਹ ਪ੍ਰਗਟ ਹੋਵੇਗਾ। ਜਦੋਂ ਉਹ ਪ੍ਰਗਟ ਹੋਵੇਗਾ, ਕੌਣ ਉਹਦੇ ਅੱਗੇ ਖੜਾ ਹੋਵੇਗਾ? ਉਹੀ ਲੋਕੀ ਖੜੇ ਹੋਣਗੇ ਜਿਹੜੇ ਪਰਮੇਸ਼ਰ ਦੇ ਨਾਲ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਪੂਰੀ ਤੌਰ ਤੇ ਪਵਿੱਤਰਤਾਈ ਦੇ ਵਿੱਚ ਬਿਤਾਉਂਦੇ ਆ, ਉਹੀ ਉਹਦੇ ਅੱਗੇ ਖੜੇ ਰਹਿਣਗੇ, ਉਹੀ ਉਹਨੂੰ ਦੇਖਣਗੇ, ਉਹੀ ਉਹਦੇ ਸਰੂਪ ਨੂੰ ਦੇਖਣਗੇ। ਹਾਲੇਲੂਇਆ। ਕਿਉਂ ਜੋ ਉਹ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ, ਉਹ ਚਾਂਦੀ ਨੂੰ ਧੋਣ ਅਤੇ ਸਾਫ਼ ਕਰਨ ਲਈ ਬੈਠਾ ਹੈ, ਅਤੇ ਲੇਵੀਆਂ ਨੂੰ ਚਾਂਦੀ ਵਾਂਗੂ ਸਾਫ਼ ਕਰੇਗਾ ਅਤੇ ਸੋਨੇ ਵਾਂਗੂ ਆਪਣੀ ਚਾਂਦੀ ਨੂੰ ਧਾਵੇਗਾ। ਹਾਲੇਲੂਇਆ। ਵੀਰੋ, ਜਿਸ ਤਰ੍ਹਾਂ ਸੋਨਾ ਆ, ਜਿਹੜਾ ਸੁਨਿਆਰਾ ਜਿਹੜਾ ਆ, ਸੋਨੇ ਨੂੰ ਸੋਨੇ ਨੂੰ ਤਾਂ ਕੇ ਪਿਓਰ ਕਰਦਾ ਹੈ, ਤੇ ਜਦੋਂ ਉਹ ਬਿਲਕੁਲ ਪਿਓਰ ਹੋ ਜਾਂਦਾ ਤਾਂ ਫਿਰ ਉਹਦੀ ਚਮਕ ਜਿਹੜੀ ਆ ਉਹ ਜਿਹੜੀ ਆਉਂਦੀ ਹੈ। ਤੇ ਜਦੋਂ ਉਹ ਸ਼ਾਪ ਦੇ ਉੱਪਰ, ਦੁਕਾਨ ਦੇ ਉੱਪਰ ਜਾਂਦਾ ਹੈ ਵੇਚਣ ਦੇ ਲਈ, ਤਾਂ ਲੋਕ ਜਦੋਂ ਆਉਂਦੇ ਆ ਤੇ ਉਹਦੀ ਜਿਹੜੀ ਚਮਕ ਜਿਹੜੀ ਆ ਉਹ ਲੋਕਾਂ ਦੇ ਦਿਲਾਂ ਵਿੱਚ ਉਹਦੀ ਖਿੱਚ ਪੈਂਦੀ ਹੈ, ਤਾਂ ਕਿ ਉਸ ਸੋਨੇ ਨੂੰ ਉਹ ਖਰੀਦਦੇ ਹਨ। ਇਸੇ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਹੈ, ਜਦੋਂ ਸਾਡੇ ਜ਼ਿੰਦਗੀਆਂ ਜਿਹੜੀਆਂ ਬਿਲਕੁਲ ਸਾਡਾ ਪਰਮੇਸ਼ਰ ਜਿਹੜਾ ਸਾਨੂੰ ਤਾਂ ਕੇ ਸਾਨੂੰ ਦੁੱਖਾਂ ਦੇ ਵਿੱਚੋਂ, ਮੁਸੀਬਤਾਂ ਦੇ ਵਿੱਚੋਂ, ਹੋਰ ਕਈ ਤਰ੍ਹਾਂ ਮੁਸ਼ਕਲਾਂ ਦੇ ਵਿੱਚੋਂ ਕੱਢ ਕੇ ਸਾਨੂੰ ਜਿਹੜਾ ਐਨ ਬਿਲਕੁਲ ਪਿਓਰ ਕਰਦਾ ਪਰਮੇਸ਼ਰ, ਆਪਣੇ ਵਿੱਚ ਜਿਹੜਾ ਸਾਨੂੰ ਚਲਾਉਣ ਦੇ ਵਿੱਚ ਜਿਹੜਾ ਆ ਸਾਡੀ ਮਦਦ ਤੇ ਸਹਾਇਤਾ ਕਰਦਾ, ਔਰ ਸਾਨੂੰ ਪਿਓਰ ਕਰਦਾ। ਬਿਲਕੁਲ ਅਸੀਂ ਖਾਲਿਸ ਜਿਹੜੇ ਆ, ਜਿਸ ਤਰ੍ਹਾਂ ਖਾਲਿਸ ਜਿਹੜੇ ਹੁੰਦੇ ਆ ਬਿਲਕੁਲ ਪਿਓਰ ਹੁੰਦੇ, ਉਸੇ ਤਰ੍ਹਾਂ ਸਾਨੂੰ ਜਿਹੜਾ ਆ ਉਹ ਬਣਾ ਦਿੰਦਾ ਹੈ। ਸਾਡੇ ਦਿਲਾਂ ਨੂੰ ਪਾਕ ਤੇ ਸਾਫ਼ ਕਰ ਦਿੰਦਾ ਹੈ, ਕਿ ਜਿਹੜਾ ਉਹ ਰਾਜਾ ਜਿਹੜਾ ਹੈ ਪਰਮੇਸ਼ਰ ਦਾ ਪਰਮੇਸ਼ਰ, ਪ੍ਰਭੂ ਦਾ ਪ੍ਰਭੂ, ਜਿਹਨੂੰ ਤੁਸੀਂ ਭਾਲਦੇ ਹੋ, ਉਹ ਤੁਹਾਡੀ ਹੈਕਲ ਦੇ ਵਿੱਚ, ਦਿਲ ਦੀ ਹੈਕਲ ਦੇ ਵਿੱਚ ਆ ਜਾਂਦਾ ਹੈ, ਤੇ ਉਹ ਤੁਹਾਡੇ ਵਿੱਚ ਆਣ ਕੇ ਕੀ ਕਰਦਾ ਹੈ? ਵਾਸ ਕਰਦਾ ਹੈ। ਹਾਲੇਲੂਇਆ। ਤੇ ਉਹ ਸਾਡੀ ਉਹ ਜਿਹੜੀ ਚਮਕ ਜਿਹੜੀ ਆ, ਜਦੋਂ ਸਾਨੂੰ ਪਰਮੇਸ਼ਰ ਐਨ ਬਿਲਕੁਲ ਪਿਓਰ ਕਰ ਦਿੰਦਾ, ਤਾਂ ਕਿ ਸੋਨੇ ਸੁਨਿਆਰੇ ਦੀ ਤਰ੍ਹਾਂ ਜਿੱਦਾਂ ਸੋਨਾ ਧੋਂਦੇ ਆ, ਇਸੇ ਤਰ੍ਹਾਂ ਸਾਨੂੰ ਵੀ ਉਹ ਪਿਓਰ ਕਰਦਾ ਹੈ। ਤੇ ਜਦੋਂ ਲੋਕ ਫਿਰ ਸਾਡੀਆਂ ਜ਼ਿੰਦਗੀਆਂ ਨੂੰ ਦੇਖਦੇ ਆ, ਤੇ ਲੋਕ ਦੇਖਦੇ ਆ ਕਿ ਸੱਚਮੁੱਚ ਉਹ ਜਿਹੜੇ ਫਰੂਟ ਜਿਹੜੇ ਆ ਸਾਡੀਆਂ ਦਿਲਾਂ ਦੇ ਵਿੱਚ ਜਿਹੜੇ ਆ, ਉਹ ਸ਼ਾਂਤੀ, ਪਿਆਰ, ਮੁਹੱਬਤ, ਕਿਸੇ ਨੂੰ ਦਿਲਾਸਾ ਦੇਣਾ, ਕਿਸੇ ਲਈ ਦੁਆਵਾਂ ਕਰਨੀਆਂ, ਕਿਸੇ ਦੀ ਮਦਦ ਕਰਨੀ, ਕਿਸੇ ਨੂੰ ਇਸ ਤਰ੍ਹਾਂ ਦੇ ਜਿਹੜੇ ਸਪਿਰਿਟ ਆਫ ਜਿਹੜੇ ਹੈਗੇ ਫਰੂਟ ਜਿਹੜੇ ਹੈਗੇ ਆ, ਉਹ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਜਦੋਂ ਆ ਜਾਂਦੇ ਹੈ, ਤਾਂ ਲੋਕ ਦੇਖਦੇ ਆ ਕਿ ਸੱਚਮੁੱਚ ਇਹ ਪਰਮੇਸ਼ਰ ਦੇ ਲੋਕ ਆ ਮੇਰੇ ਜੀ। ਜੋ ਹਾਲੇਲੂਇਆ। ਇਹ ਕਦੋਂ ਹੁੰਦਾ ਹੈ? ਜਦੋਂ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਸੁਣਦੇ ਹਾਂ ਤੇ ਉਹਦੇ ਸਾਰੇ ਹੁਕਮਾਂ ਦੇ ਉੱਪਰ ਚੱਲਦੇ ਹਾਂ, ਤਾਂ ਫਿਰ ਪਰਮੇਸ਼ਰ ਇਹ ਸਾਰੇ ਜਿਹੜੇ ਫਰੂਟ ਜਿਹੜੇ ਆ ਉਹ ਸਾਰੇ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੇ ਦਿਲਾਂ ਦੇ ਵਿੱਚ ਆਉਂਦੇ ਆ। ਤਾਂ ਫਿਰ ਲੋਕ ਸੱਚਮੁੱਚ ਦੇਖਦੇ ਆ, ਜਿਸ ਤਰ੍ਹਾਂ ਸੋਨੇ ਨੂੰ ਖਰੀਦਣ ਲਈ ਲੋਕੀ ਜਾਂਦੇ ਤੇ ਉਹਦੀ ਚਮਕ ਪੈਂਦੀ ਹੈ, ਇਸੇ ਤਰ੍ਹਾਂ ਜਿਹੜੇ ਲੋਕ ਜਿਹੜੇ ਹੈ, ਜਦੋਂ ਪਰਮੇਸ਼ਰ ਉਹਨਾਂ ਨੂੰ ਬਿਲਕੁਲ ਪਿਓਰ ਕਰ ਦਿੰਦਾ ਹੈ, ਸਾਫ਼ ਕਰਕੇ ਉਹਨਾਂ ਨੂੰ ਆਪਣੇ ਵਿੱਚ ਚਲਾਉਂਦਾ ਹੈ, ਤੇ ਉਹਦੇ ਵਿੱਚ ਫਿਰ ਫਲ ਨਜ਼ਰ ਆਉਂਦੇ ਹੈ, ਤਾਂ ਫਿਰ ਲੋਕ ਵੀ ਦੇਖਦੇ ਆ, ਉਹ ਤੁਹਾਡੀਆਂ ਜ਼ਿੰਦਗੀਆਂ ਨੂੰ ਦੇਖਦੇ, ਤੁਹਾਡੀਆਂ ਜ਼ਿੰਦਗੀਆਂ 'ਚ ਜਿਹੜੇ ਫਲ ਆ ਉਹਨਾਂ ਨੂੰ ਦੇਖਦੇ ਆ ਕਿ ਇਹ ਮੇਰੇ ਲੋਕ ਆ ਮੇਰੇ ਜੀ। ਜੋ ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ ਸਾਨੂੰ ਇਹੀ ਦੱਸਦਾ ਹੈ ਕਿ ਅਸੀਂ ਜਿਹੜਾ ਪਰਮੇਸ਼ਰ ਦਾ ਜਿਹੜੇ ਬਾਣੀ ਜਿਹੜੀ ਆ ਉਹਨੂੰ ਮਨ ਲਾ ਕੇ ਸੁਣਨਾ ਤੇ ਉਹਦੇ ਹੁਕਮਾਂ ਦੇ ਉੱਪਰ ਚੱਲਣਾ। ਅੱਗੇ ਅਸੀਂ ਪਰਮੇਸ਼ਰ ਦਾ ਹੁਕਮ ਦੇਖਾਂਗੇ, ਜਿਹੜਾ ਬਹੁਤ ਹੀ ਮੇਨ ਇੱਕ ਹੁਕਮ ਪਰਮੇਸ਼ਰ ਦੇ ਵਚਨ ਦੇ ਵਿੱਚ ਦੱਸਿਆ ਹੈ, ਕਿ ਜਿਹੜਾ ਦਸਵੰਧ ਜਿਹੜਾ ਹੈ, ਪਰਮੇਸ਼ਰ ਦਾ 10ਵਾਂ ਹਿੱਸਾ ਜਿਹੜਾ ਹੈ, ਉਹ ਪਰਮੇਸ਼ਰ ਦੇ ਘਰ ਵਿੱਚ ਲਿਆਉਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਦੇਖੋਗੇ, ਇਸੇ ਦੀ ਮਲਾਕੀ 3 ਬਾਬ ਦੀ 7 ਤੋਂ ਆਪਾਂ ਦੇਖਾਂਗੇ। ਹਾਲੇਲੂਇਆ। ਇਸ ਕਾਰਨ ਹੈ ਯਾਕੂਬ ਦੇ ਪੁੱਤਰੋ, ਤੁਸੀਂ ਨਹੀਂ ਮੁੱਕੇ, ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਮੇਰੀਆਂ ਵਿਧੀਆਂ ਤੋਂ ਬੇਮੁਖ ਹੋਏ। ਆਪਣੇ ਪਿਓ ਦਾਦਿਆਂ ਦੀਆਂ ਵਿਧੀਆਂ ਤੋਂ ਮੇਰੇ ਸਨਮੁਖ ਕੀਆ ਬੇਮੁਖ ਹੋ ਗਏ ਹੁੰਦੇ ਆਏ ਹੋ। ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ, ਤੁਸੀਂ ਬੇਮੁਖ ਹੁੰਦੇ ਆਏ ਹੋ, ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ। ਹਾਲੇਲੂਇਆ। ਜੇਕਰ ਸੱਚਮੁੱਚ ਅਸੀਂ ਪਰਮੇਸ਼ਰ ਦੇ ਨਾਲ ਚੱਲਦੇ ਹਾਂ ਤੇ ਪਰਮੇਸ਼ਰ ਦੀ ਬਾਣੀ ਸੁਣਦੇ ਹਾਂ ਤੇ ਉਹਦੇ ਵਿੱਚ ਹੋ ਕੇ ਅਸੀਂ ਪਰਮੇਸ਼ਰ ਦੇ ਨਾਲ ਅਸੀਂ ਬਣੇ ਰਹਿੰਦੇ ਆ, ਤਾਂ ਫਿਰ ਅਸੀਂ ਉਹਦੇ ਹੁਕਮਾਂ ਦੀ ਵੀ ਜਿਹੜੀ ਆ ਉਹ ਪਾਲਣਾ ਕਰਨੀ ਆ। ਕਹਿੰਦਾ ਤੁਸੀਂ ਮੇਰੇ ਉਹਨਾਂ ਦੀ ਪਾਲਣਾ ਨਹੀਂ ਕੀਤੀ ਹੈਗੀ, ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਤੁਸੀਂ ਮੇਰੀ ਵੱਲ ਮੁੜੋ, ਤੇ ਪਰਮੇਸ਼ਰ ਯਿਸੂ ਜੀ ਨਾਸਰੀ ਕਹਿੰਦੇ ਆ ਕਿ ਮੈਂ ਤੁਹਾਡੀ ਵੱਲ ਮੁੜਾਂਗਾ। ਹਾਲੇਲੂਇਆ। ਸੱਚਮੁੱਚ ਅਸੀਂ ਪਰਮੇਸ਼ਰ ਦੇ ਵੱਲ ਮੁੜਨਾ ਚਾਹੁੰਦੇ ਆ ਤਾਂ ਪਰਮੇਸ਼ਰ ਤੁਹਾਡੀ ਵੱਲ ਮੁੜੇ। ਸੱਚਮੁੱਚ ਜੇਕਰ ਤੁਸੀਂ ਪਰਮੇਸ਼ਰ ਨੂੰ ਆਪਣੇ ਵੱਲ ਮੁੜਾਉਣਾ ਚਾਹੁੰਦੇ ਹਾਂ, ਤਾਂ ਅਸੀਂ ਲੋਕ ਜਿਹੜੇ ਸਾਰੇ ਅਸੀਂ ਪਰਮੇਸ਼ਰ ਦੇ ਨਾਲ ਮੁੜੀਏ। ਹਾਲੇਲੂਇਆ। ਕੀ ਲਿਖਿਆ ਪਰਮੇਸ਼ਰ ਵਿੱਚ? ਤੁਸੀਂ ਮੇਰੀ ਵੱਲ ਮੁੜੋ ਤੇ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾ ਦਾ ਯਹੋਵਾ ਆਖਦਾ ਹੈ। ਹਾਲੇਲੂਇਆ। ਸੈਨਾ ਦਾ ਯਹੋਵਾ ਕੌਣ ਹੈ? ਪਰਮੇਸ਼ਰ ਦਾ ਪਰਮੇਸ਼ਰ, ਪ੍ਰਭੂ ਦਾ ਪ੍ਰਭੂ ਯਿਸੂ ਨਾਸਰੀ, ਜਿਹੜਾ ਸੈਨਾ ਦਾ ਯਹੋਵਾ ਪਰਮੇਸ਼ਰ ਜਿਹੜਾ ਆ ਉਹ ਆਖਦਾ ਕਿ ਅਸੀਂ
ਹਾਲੇਲੂਇਆ ਯਹੋਵਾ ਆਖਦਾ ਹੈ, ਪਰ ਤੁਸੀਂ ਆਖਦੇ ਹੋ ਅਸੀਂ ਕਿਹੜੀ ਗੱਲ ਵੱਲ ਮੁੜੀਏ। ਹਾਲੇਲੂਇਆ ਇੱਥੇ ਸਵਾਲ ਪੈਦਾ ਹੁੰਦਾ, ਪਰਮੇਸ਼ਰ ਕਹਿੰਦਾ ਕਿ ਤੁਸੀਂ ਆਖਦੇ ਕਿ ਅਸੀਂ ਕਿਹੜੀ ਗੱਲ ਵੱਲ ਮੁੜੀਏ। ਤਾਂ ਪਰਮੇਸ਼ਰ ਜੀ ਇੱਥੇ ਸਾਨੂੰ ਦੱਸਦੇ ਆ ਪਰਮੇਸ਼ਰ ਦੇ ਵਚਨ ਵਿੱਚ ਕਿ ਕੋਈ ਆਦਮੀ ਪਰਮੇਸ਼ਰ ਨੂੰ ਠੱਗੇਗਾ। ਕੀ ਆਦਮੀ ਕੋਈ ਪਰਮੇਸ਼ਰ ਨੂੰ ਠੱਗੇਗਾ? ਲਿਖਿਆ ਪਰਮੇਸ਼ਰ ਦੇ ਵਿੱਚ ਕੋਈ ਆਦਮੀ ਪਰਮੇਸ਼ਰ ਨੂੰ ਠੱਗ ਸਕਦਾ ਹੈ, ਪਰ ਤੁਸੀਂ ਮੈਨੂੰ ਠੱਗ ਲਿਆ। ਹਾਲੇਲੂਇਆ ਪਰਮੇਸ਼ਰ ਜੀ ਕਹਿ ਰਿਹਾ ਕਿ ਕੋਈ ਆਦਮੀ ਜਿਹੜਾ ਪਰਮੇਸ਼ਰ ਨੂੰ ਠੱਗੇਗਾ, ਪਰ ਤੁਸੀਂ ਮੈਨੂੰ ਠੱਗ ਲਿਆ। ਹਾਲੇਲੂਇਆ ਫਿਰ ਤੁਹਾਡਾ ਸਵਾਲ ਹੈ ਕਿ ਅਸੀਂ ਤੁਹਾਨੂੰ ਕਿਹੜੀ ਗੱਲ ਦੇ ਵਿੱਚ ਠੱਗਿਆ ਹੈ। ਹਾਲੇਲੂਇਆ ਕਿਹੜੀ ਗੱਲ ਦੇ ਵਿੱਚ ਤੁਹਾਨੂੰ ਠੱਗ ਲਿਆ। ਹਾਲੇਲੂਇਆ ਪਰਮੇਸ਼ਰ ਦਾ ਬਚਨ ਸਾਨੂੰ ਦੱਸਦਾ ਹੈ ਕਿ ਤੁਸੀਂ ਆਖਦੇ ਹੋ ਕਿਹੜੀ ਗੱਲ ਵੱਲ ਮੈਂ ਤੁਹਾਨੂੰ ਠੱਗ ਲਿਆ। ਦਸਵੰਧਾਂ ਦੇ ਭੇਟ, ਪਰਮੇਸ਼ਰ ਇੱਥੇ ਦੱਸ ਰਿਹਾ ਕਿ ਦਸਵੰਧਾਂ ਦੇ ਭੇਟਾਂ ਦੇ ਵਿੱਚ ਤੁਸੀਂ ਮੈਨੂੰ ਠੱਗਦੇ ਹੋ, ਤੁਸੀਂ ਸਰਾਪੀਆਂ ਦੇ ਸਰਾਪੀ ਹੋਏ। ਹਾਲੇਲੂਇਆ ਜਦੋਂ ਅਸੀਂ ਪਰਮੇਸ਼ਰ ਦਾ ਵਚਨ ਜਿਹੜਾ ਸੁਣ ਕੇ ਉਹਦੇ ਹੁਕਮ ਨੂੰ ਨਹੀਂ ਮੰਨਦੇ ਆ, ਜੇ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਅਸੀਂ ਦਸਵੰਧ ਜਿਹੜਾ ਹੈ, 10ਵਾਂ ਹਿੱਸਾ ਜਿਹੜਾ ਪਰਮੇਸ਼ਰ ਦੇ ਘਰ ਦੇ ਵਿੱਚ ਲੈ ਕੇ ਆਉਣਾ ਹੈ, ਜੇਕਰ ਅਸੀਂ ਉਹਦੇ ਹੁਕਮ ਨੂੰ ਨਹੀਂ ਸੁਣਦੇ, ਉਹਦੀ ਬਾਣੀ ਸੁਣ ਕੇ ਅਸੀਂ ਉਹਦੇ ਹੁਕਮ ਨੂੰ ਨਹੀਂ ਮੰਨਦੇ ਹੈਗੇ, ਤਾਂ ਪਰਮੇਸ਼ਰ ਫਿਰ ਸਾਨੂੰ ਦੱਸਦਾ ਕਿ ਤੁਸੀਂ ਸਰਾਪੀਆਂ ਦੇ ਸਰਾਪੀ ਹੋਏ ਤੇ ਤੁਸੀਂ ਮੈਨੂੰ ਠੱਗਦੇ ਹੋ। ਸਗੋਂ ਸਾਰੀ ਕੌਮ ਕਹਿੰਦਾ ਫਿਰ ਤੁਸੀਂ ਸਰਾਪੀ ਦੇ ਸਰਾਪੀ, ਜਦੋਂ ਤੁਸੀਂ ਮੇਰੇ ਹੁਕਮ ਨੂੰ ਨਹੀਂ ਮੰਨਦੇ ਕਿ 10ਵਾਂ ਹਿੱਸਾ ਜਿਹੜਾ ਆ ਉਹ ਪਰਮੇਸ਼ਰ ਦੇ ਘਰ ਵਿੱਚ ਨਹੀਂ ਲਿਆਉਂਦੇ, ਤੇ ਜਦੋਂ ਤੁਸੀਂ ਨਹੀਂ ਲਿਆਉਂਦੇ ਤਾਂ ਤੁਸੀਂ ਮੈਨੂੰ ਠੱਗਦੇ ਹੋ। ਭੇਟਾਂ ਵਿੱਚ ਅਤੇ ਦਸਵੰਧਾਂ ਵਿੱਚ ਤੁਸੀਂ ਮੈਨੂੰ ਕੀ ਕਰਦੇ ਹੋ? ਠੱਗਦੇ ਹੋ। ਹਾਲੇਲੂਇਆ ਤਾਂ ਫਿਰ ਜੇ ਤੁਸੀਂ ਮੇਰੀ ਆਵਾਜ਼ ਨੂੰ ਨਹੀਂ ਸੁਣਦੇ, ਮੇਰੇ ਇਸ ਹੁਕਮ ਨੂੰ ਪੂਰਾ ਨਹੀਂ ਕਰਦੇ, ਤਾਂ ਪਰਮੇਸ਼ਰ ਦੇ ਵਚਨ ਲਿਖਿਆ ਤੁਸੀਂ ਸਰਾਪੀਆਂ ਦੇ ਸਰਾਪੀ ਹੋਏ, ਤੁਸੀਂ ਮੈਨੂੰ ਠੱਗਦੇ ਹੋ। ਸਗੋਂ ਸਾਰੀ ਕੌਮ ਵੀ ਤੁਸੀਂ ਮੈਨੂੰ ਠੱਗਦੇ ਹੋ, ਭਾਵੇਂ ਸਾਰੀ ਕੌਮ ਜਿਹੜੀ ਆ ਉਹ ਵੀ ਮੈਨੂੰ ਠੱਗਦੀ ਆ। ਹਾਲੇਲੂਇਆ ਸਾਰੇ ਦਸਵੰਧ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਇਹ ਹੁਕਮ ਹੈ ਪਰਮੇਸ਼ਰ ਦਾ, ਕਹਿੰਦਾ ਸਾਰੇ ਦਸਵੰਧ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਕਿ ਉੱਥੇ ਹੋਵੇ ਭੋਜਨ ਹੋਵੇ ਮੇਰੇ ਜੀਜੋ। ਹਾਲੇਲੂਇਆ ਬਹੁਤ ਸਾਰੇ ਜਿਹੜੇ ਪਾਸਟਰ ਆ, ਬਹੁਤ ਸਾਰੇ ਜਿਹੜੇ ਖੁਦਾ ਦੇ ਦਾਸ ਆ, ਉਹ ਕਹਿੰਦੇ ਕਿ 10ਵਾਂ ਹਿੱਸਾ ਸਾਡੇ ਮੇਰੇ ਲਈ ਲੈ ਕੇ ਆਓ। ਹਾਲੇਲੂਇਆ ਪਰਮੇਸ਼ਰ ਦਾ ਵਚਨ ਚ ਆਪਣੀ ਦੇਖਣਾ ਕਿ ਪਰਮੇਸ਼ਰ ਦਾ ਵਚਨ ਸਾਨੂੰ ਕਿੱਥੇ ਕਹਿੰਦਾ ਹੈ ਦਸਵੰਧ ਲੈ ਕੇ ਆਉਣਾ ਹੈ। ਪਰਮੇਸ਼ਰ ਦਾ ਵਚਨ ਸਾਨੂੰ ਇਹ ਦੱਸਦਾ ਹੈ ਕਿ ਦਸਵੰਧ ਜਿਹੜਾ ਹੈ ਪਰਮੇਸ਼ਰ ਦੇ ਭਵਨ ਦੇ ਵਿੱਚ ਲੈ ਕੇ ਆਓ ਤਾਂ ਕਿ ਉੱਥੇ ਕੀ ਹੋਵੇ? ਭੋਜਨ ਹੋਵੇ ਮੇਰੇ ਜੀਜੋ। ਹਾਲੇਲੂਇਆ ਉਹ ਦਸਵੰਧ ਜਿਹੜਾ ਅਸੀਂ ਖੁਦਾ ਦੇ ਘਰ ਦੇ ਵਿੱਚ ਲੈ ਕੇ ਆਉਣਾ ਆ, ਤਾਂ ਕਿ ਜਦੋਂ ਅਸੀਂ ਸਾਰੀ ਕਲੀਸਿਆ ਜਿਹੜੀ ਉੱਥੇ ਇਕੱਠੇ ਹੁੰਦੇ ਆ ਤੇ ਉਹ ਦਸਵੰਧ ਜਿਹੜਾ ਪੈਸੇ ਜਿਹੜੇ ਆ ਉਹਦੇ ਨਾਲ ਅਸੀਂ ਭੋਜਨ ਖਰੀਦਣਾ, ਤਾਂ ਕਿ ਸਾਰੇ ਇਕੱਠੇ ਬੈਠ ਕੇ ਜਿਹੜਾ ਆ ਉਸ ਭੋਜਨ ਨੂੰ ਉਹਦਾ ਆਨੰਦ ਮਾਣੀਏ, ਉਹਨੂੰ ਖਾਈਏ। ਉਹ ਜਿਹੜੇ ਪੈਸੇ ਜਿਹੜਾ ਦਸਵੰਧ ਆ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਲੈ ਕੇ, ਤਾਂ ਕਿ ਉੱਥੇ ਕੀ ਹੋਵੇ? ਭੋਜਨ ਹੋਵੇ ਮੇਰੇ ਜੀਜੋ। ਹਾਲੇਲੂਇਆ ਪਰਮੇਸ਼ਰ ਦੇ ਵਚਨ ਸਾਫ਼ ਲਿਖਿਆ ਹੈ ਕਿ ਸਾਰੇ ਦਸਵੰਧ ਮੇਰੇ ਮੋਦੀ ਖਾਨੇ ਵਿੱਚ ਲੈ ਕੇ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ, ਅਤੇ ਉਸ ਨਾਲ ਮੈਨੂੰ ਜਰਾ ਵਰਤਾਓ। ਸੈਨਾ ਦਾ ਯਹੋਵਾ ਆਖਦਾ ਹੈ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ, ਵੀ ਤੁਹਾਡੇ ਲਈ ਬਰਕਤ ਭਰਾਵਾਂ। ਹਾਲੇਲੂਇਆ ਦੇਖੋ ਪਰਮੇਸ਼ਰ ਦਾ ਵਚਨ ਸਾਡੇ ਨਾਲ ਵਾਅਦਾ ਕਰਦਾ ਹੈ। ਪਰਮੇਸ਼ਰ ਆਪਣੇ ਵਚਨ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕਰ ਰਿਹਾ, ਕਹਿੰਦਾ ਤੁਸੀਂ ਇੱਕ ਵਾਰੀ ਲਿਆ ਕੇ ਦੇਖੋ ਉਹ ਦਸਵੰਧ ਜਿਹੜਾ ਮੇਰੇ ਮੋਤੀ ਦੇ ਖਾਨੇ, ਕਹਿੰਦਾ ਫਿਰ ਜਿਹੜਾ ਤੁਸੀਂ ਮੈਨੂੰ ਪਰਤਾ ਕੇ ਦੇਖੋ ਕਿ ਮੈਂ ਤੁਹਾਡੇ ਲਈ ਅਸਮਾਨ ਦੀਆਂ ਖਿੜਕੀਆਂ ਖੋਲਦਾ ਆ ਕਿ ਨਹੀਂ। ਹਾਲੇਲੂਇਆ ਕਹਿੰਦਾ ਫਿਰ ਮੈਂ, ਜੇਕਰ ਤੁਸੀਂ ਮੇਰੇ ਇਸ ਹੁਕਮ ਨੂੰ ਪੂਰਾ ਕਰੋਗੇ, ਮੰਨੋਗੇ, ਤਾਂ ਫਿਰ ਕਹਿੰਦਾ ਤੁਹਾਡੇ ਲਈ ਮੈਂ ਅਸਮਾਨ ਦੀਆਂ ਖਿੜਕੀਆਂ ਖੋਲ ਦੇਣਾ, ਇੰਨੀ ਬਰਕਤ ਤੁਹਾਨੂੰ ਦਿਆਂਗਾ ਕਿ ਕਹਿੰਦਾ ਤੁਹਾਡੇ ਰੱਖਣ ਜੋਗੀ ਜਗ੍ਹਾ ਨਹੀਂ ਹੋਵੇਗੀ। ਹਾਲੇਲੂਇਆ ਸਭ ਤੋਂ ਪਹਿਲਾਂ ਅਸੀਂ ਉਹਦਾ ਹੁਕਮ ਤਾਂ ਮੰਨੀਏ। ਜਦੋਂ ਅਸੀਂ ਹੁਕਮ ਮੰਨਾਂਗੇ ਤਾਂ ਪਰਮੇਸ਼ਰ ਆਪਣਾ ਵਾਅਦਾ ਜਿਹੜਾ ਆ ਉਹ ਸਾਡੇ ਨਾਲ ਪੂਰਾ ਕਰਦੇ ਆ। ਬਹੁਤ ਸਾਰੇ ਲੋਕ ਜਿਹੜੇ ਹੈ ਇਸ ਹੁਕਮ ਨੂੰ ਜਿਹੜਾ ਪੂਰਾ ਨਹੀਂ ਕਰਦੇ ਹੈ। ਦਸਵੰਧ ਜਿਹੜਾ ਹੈ ਉਹ ਸਾਨੂੰ ਜਿਹੜਾ ਆ ਆਪਣੀ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਜਿਹੜਾ ਆ ਉਹ ਖੁਦਾ ਦੇ ਘਰ ਦੇ ਵਿੱਚ ਲਿਆਉਣਾ ਜਿਹੜਾ ਆ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਮੇਰੇ ਜੀਜੋ। ਹਾਲੇਲੂਇਆ ਇੱਕ ਵਾਰੀ ਕਰਕੇ ਦੇਖੋ ਪਰਮੇਸ਼ਰ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਜਿਹੜੀਆਂ ਆ ਉਹ ਤੁਹਾਡੇ ਲਈ ਖੋਲੇਗਾ। ਹਾਲੇਲੂਇਆ ਕਿਉਂਕਿ ਅਸੀਂ ਕਰਕੇ ਦੇਖਦੇ ਹਾਂ ਤੇ ਸਾਨੂੰ ਪਰਮੇਸ਼ਰ ਨੇ ਬਹੁਤ ਵੱਡੀ ਬਰਕਤ ਦਿੱਤੀ ਹੈ, ਬਹੁਤ ਵੱਡੀ ਆਸ਼ਾ, ਹਰ ਜ਼ਰੂਰਤਾਂ ਲੋੜਾਂ ਤੋੜਾਂ ਪ੍ਰਭੂ ਯਿਸੂ ਸਾਡੀਆਂ ਪੂਰੀਆਂ ਕਰਦਾ ਹੈ ਕਿ ਜਦੋਂ ਅਸੀਂ ਇਮਾਨਦਾਰੀ ਦੇ ਨਾਲ, ਪੂਰੀ ਵਫਾਦਾਰੀ ਦੇ ਨਾਲ ਜਿਹੜਾ ਆ ਉਹ ਅਸੀਂ ਦਸਵੰਧ ਜਿਹੜਾ ਆ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਆਉਂਦੇ। ਹਾਲੇਲੂਇਆ ਸਿਰਫ ਇਹ ਨਹੀਂ, ਜਦੋਂ ਅਸੀਂ ਕੋਈ ਫਸਲ ਬੀਜਦੇ ਹਾਂ ਜਾਂ ਅਸੀਂ ਕੋਈ ਕਣਕ ਲੈਂਦੇ ਹਾਂ ਜਾਂ ਘਰ ਦੇ ਵਿੱਚ ਖਾਣ ਲਈ ਲੈਂਦੇ ਹਾਂ ਤਾਂ ਉਹਦਾ ਵੀ 10ਵਾਂ ਹਿੱਸਾ ਜਿਹੜਾ ਸਾਨੂੰ ਕੱਢਣ ਦੀ ਬਹੁਤ ਹੀ ਜ਼ਰੂਰਤ ਆ। ਕੋਈ ਵੀ ਚੀਜ਼ ਤੁਹਾਡੇ ਘਰ ਦੇ ਵਿੱਚ ਹੁੰਦੀ ਆ ਤਾਂ ਉਹਦਾ ਪਹਿਲਾ ਫਲ ਜਿਹੜਾ ਅਸੀਂ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਆਉਣਾ, ਤਾਂ ਕਿ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਫਿਰ ਆਸਮਾਨ ਦੀਆਂ ਖਿੜਕੀਆਂ ਖੋਲ ਕੇ ਕਹਿੰਦਾ ਮੈਂ ਤੁਹਾਨੂੰ ਬਰਕਤ ਦੇਵਾਂਗਾ। ਪਿਛਲੇ ਸਮਿਆਂ ਦੇ ਵਿੱਚ ਜਦੋਂ ਲੇਡੀਜ਼ ਜਿਹੜੀਆਂ ਆਟਾ ਵੀ ਗੁੰਨਦੀਆਂ ਸੀਗੀਆਂ, ਉਹ ਜੋ ਆਟਾ ਗੁੰਨਦੇ ਇੱਕ ਮੁੱਠੀ ਜਿਹੜੀ ਆਟੇ ਦੀ ਕੱਢ ਕੇ ਵੱਖਰੀ ਕਰ ਲੈਂਦੀਆਂ ਸੀ। ਹਾਲੇਲੂਇਆ ਤਾਂ ਕਿ ਉਹ
ਜਿਹੜਾ ਉਸ ਤੋਂ ਬਾਅਦ ਉਹ ਆਟਾ ਗੁੰਨਦੇ ਆ। ਇਸ ਤਰ੍ਹਾਂ ਜਿਹੜਾ ਉਹਦਾ ਪਹਿਲਾ ਜਿਹੜਾ ਹਿੱਸਾ ਜਿਹੜਾ ਆ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਲਿਆਉਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਆ ਮੇਰੇ ਜੀਜੋ। ਹਾਲੇਲੂਇਆ। ਤਾਂ ਫਿਰ ਪਰਮੇਸ਼ਰ ਕਹਿੰਦਾ ਮੈਨੂੰ ਪਰਤਾ ਕੇ ਦੇਖੋ, ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਜਿਹੜੀਆਂ ਉਹ ਮੈਂ ਤੁਹਾਡੇ ਲਈ ਖੋਲਾਂਗਾ। ਹਾਲੇਲੂਇਆ। ਬਹੁਤ ਸਾਰੇ ਲੋਕ ਜਿਹੜੇ ਹੈ ਇਸ ਹੁਕਮ ਨੂੰ ਜਿਹੜਾ ਆ ਉਹ ਮੰਨਦੇ ਨਹੀਂ ਹੈ, ਉਹ 10ਵਾਂ ਹਿੱਸਾ ਨਹੀਂ ਕੱਢਦੇ ਆ। ਤਾਂ ਫਿਰ ਕੀ ਹੁੰਦੀ ਆ, ਉਹ ਜਿਹੜੀ ਕਮਾਈ ਜਿਹੜੀ ਆ ਬਹੁਤ ਹੀ ਬਿਮਾਰੀਆਂ ਦੇ ਵਿੱਚ, ਹੋਰ ਕਈਆਂ ਕੰਮਾਂ ਦੇ ਵਿੱਚ ਜਿਹੜੀ ਆ ਉਹ ਖਰਚ ਹੋ ਜਾਂਦੀ ਆ। ਹਾਲੇਲੂਇਆ। ਤੇ ਇਸ ਤੋਂ ਇਲਾਵਾ ਕੀ ਆ ਕਿ ਜੇਕਰ ਅਸੀਂ ਇਹ ਸਾਰੀਆਂ ਜਿਹੜੇ ਪੈਸੇ ਸਾਡੇ ਗਲਤ ਕੰਮਾਂ ਦੇ ਖਰਚ ਹੁੰਦੇ, ਉਹ ਹੀ ਅਸੀਂ 10ਵਾਂ ਹਿੱਸਾ ਪਰਮੇਸ਼ਰ ਦੇ ਘਰ ਵਿੱਚ ਲਿਆਈਏ ਤਾਂ ਪਰਮੇਸ਼ਰ ਤੁਹਾਨੂੰ ਹੋਰ ਜ਼ਿਆਦਾ ਬਹੁਤ ਬੜੀ ਬਰਕਤ, ਆਸਮਾਨ ਦੀਆਂ ਖਿੜਕੀਆਂ ਤੁਹਾਡੇ ਲਈ ਪਰਮੇਸ਼ਰ ਖੋਲੇਗਾ। ਅਸੀਂ ਉਹ ਨਹੀਂ ਹੋਣਾ ਕਿ ਸਾਡੀ ਜੇਬ ਦੇ ਵਿੱਚ ਜਿਸ ਤਰ੍ਹਾਂ ਇੱਕ ਮੋਰੀ ਹੁੰਦੀ ਆ ਤੇ ਜਦੋਂ ਪੈਸੇ ਅਸੀਂ ਪਾਉਂਦੇ ਆ ਤਾਂ ਪੈਸੇ ਥੱਲੇ ਡਿੱਗਦੇ ਰਹਿੰਦੇ ਆ ਤੇ ਬਰਬਾਦ ਹੋ ਜਾਂਦੇ ਆ, ਖਰਚ ਹੋ ਜਾਂਦੇ, ਦੂਸਰੇ ਗਲਤ ਕੰਮਾਂ ਦੇ ਖਰਚ ਹੋ ਜਾਂਦੇ ਆ। ਇਸ ਤਰ੍ਹਾਂ ਨਹੀਂ ਅਸੀਂ ਕਰਨਾ, ਬਲਕਿ ਅਸੀਂ ਕੀ ਕਰਨਾ ਹੈ, ਉਹ ਪੈਸੇ ਜਿਹੜੇ ਤੁਸੀਂ ਕਮਾਉਣੇ ਉਹਦੇ ਵਿੱਚ 10ਵਾਂ ਹਿੱਸਾ ਜਿਹੜਾ ਆ ਉਹ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਆਉਣਾ, ਤਾਂ ਕਿ ਤੁਹਾਡੇ ਉਹਨਾਂ ਪੈਸਿਆਂ ਦੇ ਵਿੱਚ ਜਿਹੜਾ ਪਰਮੇਸ਼ਰ ਜਿਹੜੇ ਬਾਕੀ ਬਚੇ ਪੈਸੇ ਆ 10ਵੇਂ ਹਿੱਸੇ ਤੋਂ ਬਾਅਦ ਉਹਦੇ ਵਿੱਚ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਤੁਹਾਡੇ ਪੈਸੇ ਕਿਤੇ ਗਲਤ ਕੰਮਾਂ ਦੇ ਵਿੱਚ ਨਾ ਖਰਚੇ ਜਾਣ, ਤੁਹਾਡੇ ਪੈਸੇ ਜਿਹੜੇ ਆ ਬਿਮਾਰੀਆਂ ਤੇ ਨਾ ਖਰਚੇ ਜਾਣ, ਉਹ ਤੁਹਾਡੀ ਸੇਵਮ ਹੋਵੇ। ਪਰਮੇਸ਼ਰ ਉਹਦੇ ਵਿੱਚ ਤੁਹਾਨੂੰ ਬਹੁਤ ਬੜੀ ਬਰਕਤ ਤੇ ਆਸ਼ੀਸ਼ ਦੇਵੇਗਾ। ਇਹ ਪਰਮੇਸ਼ਰ ਦਾ ਹੁਕਮ ਆ। ਇਹ ਪਰਮੇਸ਼ਰ ਦਾ ਹੁਕਮ ਜਿਹੜਾ ਸਾਡਾ ਮੰਨਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਆ ਮੇਰੇ ਜੀਜੋ। ਹਾਲੇਲੂਇਆ। ਜਦੋਂ ਇਹਨੂੰ ਅਸੀਂ ਮੰਨਦੇ ਆ ਤਾਂ ਫਿਰ ਪਰਮੇਸ਼ਰ ਕਹਿੰਦਾ ਆਸਮਾਨ ਦੀਆਂ ਖਿੜਕੀਆਂ ਖੋਲ ਕੇ ਮੈਂ ਤੁਹਾਨੂੰ ਕੀ ਕਰਾਂਗਾ, ਬਰਕਤ ਦੇਵਾਂਗਾ। ਹਾਲੇਲੂਇਆ। 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 ਫਿਰ ਲਿਖਿਆ ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਝਿੜਕਾਂਗਾ ਤਾਂ ਕਿ ਉਹ ਤੁਹਾਡੇ ਜ਼ਮੀਨ ਦੇ ਫਲਾਂ ਨੂੰ ਨਾਸ਼ ਨਾ ਕਰੇ। ਕਹਿੰਦਾ ਜੇ ਤੁਸੀਂ ਇਸ ਹੁਕਮ ਨੂੰ ਮੰਨਦੇ ਆ, ਦਸਵੰਧ ਮੇਰੇ ਘਰ ਵਿੱਚ ਲੈ ਕੇ ਆਉਂਦੇ ਆ, ਤਾਂ ਫਿਰ ਕਹਿੰਦਾ ਤੁਹਾਡੇ ਖਾਣ ਵਾਲੇ ਨੂੰ ਝਿੜਕਾਂਗਾ ਕਿ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ਼ ਨਾ ਕਰੇ। ਹਾਲੇਲੂਇਆ। ਕਹਿੰਦਾ ਜਦੋਂ ਤੁਸੀਂ ਮੇਰੇ ਇਸ ਹੁਕਮ ਨੂੰ ਪੂਰਾ ਕਰਦੇ ਆ ਤਾਂ ਫਿਰ ਤੁਹਾਡੇ ਪੈਸੇ ਜਿੱਦਾਂ ਐਵੇਂ ਬਰਬਾਦ ਨਹੀਂ ਜਾਣਗੇ, ਕਿਸੇ ਹੋਰ ਪਾਸੇ ਨਹੀਂ ਲੱਗਣਗੇ ਜਾਂ ਕਿਸੇ ਗਲਤ ਪਾਸੇ ਨਹੀਂ ਖਰਚੇ ਜਾਣਗੇ, ਬਲਕਿ ਮੈਂ ਝਿੜਕਾਂਗਾ। ਉਹ ਕਹਿੰਦਾ ਬਰਕਤ ਦੇਵਾਂਗਾ ਉਹਨਾਂ ਪੈਸਿਆਂ ਦੇ ਉੱਪਰ। ਤੁਹਾਡੀ ਜ਼ਮੀਨ ਜਿਹੜੇ ਜ਼ਮੀਨ ਦੇ ਫਲ ਜਿਹੜੀ ਜੇ ਤੁਸੀਂ ਜ਼ਮੀਨ ਦੇ ਵਿੱਚ ਆਪਣੇ ਬੀਜਿਆ ਆ ਕੁਛ, ਤਾਂ ਪਰਮੇਸ਼ਰ ਕਹਿੰਦਾ ਉਹਨੂੰ ਵੀ ਮੈਂ ਸੰਭਾਲ ਕੇ ਰੱਖਾਂਗਾ। ਤੁਹਾਡੀ ਫਲ, ਤੁਹਾਡੀ ਜਿਹੜੀ ਜ਼ਮੀਨ ਦੇ ਵਿੱਚ ਬੀਜੇ ਹੋਏ ਜਿਹੜੇ ਫਲ ਆ ਜਾਂ ਵੈਜੀਟੇਬਲ ਜਾਂ ਹੋਰ ਕੁਝ ਵੀ ਤੁਸੀਂ ਬੀਜਿਆ ਹੋਇਆ ਉਹਦੇ ਵਿੱਚ ਵੀ ਕਹਿੰਦਾ ਤੁਹਾਨੂੰ ਮੈਂ ਬਰਕਤ ਦੇਵਾਂਗਾ। ਤੁਹਾਡੀ ਜਿਹੜੀ ਫਸਲ ਨੂੰ ਮੈਂ ਦੁੱਗਣੀ ਕਰਾਂਗਾ। ਹਾਲੇਲੂਇਆ। ਜੇ ਤੁਸੀਂ ਉਹਦਾ ਪਹਿਲਾ ਫਲ ਜਿਹੜਾ ਮੇਰੇ ਘਰ ਦੇ ਵਿੱਚ ਲੈ ਕੇ ਆਉਂਦੇ ਆ। ਹਾਲੇਲੂਇਆ। ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ਼ ਨਾ ਕਰੇਗਾ, ਤੁਹਾਡੇ ਅੰਗੂਰ ਪੈਲੀ ਵਿੱਚ ਅਫਲ ਨਾ ਰਹਿਣ ਜਾਣਗੇ। ਸੈਨਾ ਦਾ ਯਹੋਵਾ ਆਖਦਾ ਹੈ ਤਾਂ ਸਾਰੀਆਂ ਕੌਮਾਂ ਤੁਹਾਨੂੰ ਕੀ ਕਰਨਗੀਆਂ, ਧਨ ਆਖਣਗੀਆਂ ਅਤੇ ਤੁਸੀਂ ਖੁਸ਼ੀ ਦਾ ਦੇਸ਼ ਹੋਵੇ। ਕਹਿੰਦਾ ਧਨ ਤੁਹਾਨੂੰ ਲੋਕੀ ਸਾਰੇ ਕੌਮਾਂ ਜਿਹੜੀਆਂ ਧਨ ਆਖਣਗੀਆਂ ਕੀ ਕਰਨਗੀਆਂ, ਸਾਰੀਆਂ ਕੌਮਾਂ ਤੁਹਾਨੂੰ ਧਨ ਆਖਣਗੀਆਂ, ਤੁਸੀਂ ਖੁਸ਼ੀ ਦਾ ਦੇਸ਼ ਹੋਵੋਗੇ। ਹਾਲੇਲੂਇਆ। ਹਾਲੇਲੂਇਆ। ਕਹਿੰਦਾ ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਬਹੁਤ ਹੀ ਕੜੜੀਆਂ। ਕਹਿੰਦਾ ਇਹ ਹੁਕਮ ਜਿਹੜਾ ਤੁਹਾਡੇ ਲਈ ਬਹੁਤ ਹੀ ਕੜੜੀਆਂ, ਮੇਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਆ ਇਹ ਬਹੁਤ ਜ਼ਿਆਦਾ ਕੜੜੀਆਂ ਆ। ਹਾਲੇਲੂਇਆ। ਤਾਂ ਯਹੋਵਾ ਆਖਦਾ ਤਦ ਵੀ ਤੁਸੀਂ ਆਖਦੇ ਹੋ ਤੇਰੇ ਵਿਰੁੱਧ ਸਭ ਤੋਂ ਕੀ ਬੋਲੇ। ਕਹਿੰਦਾ ਮੇਰੀਆਂ ਗੱਲਾਂ ਤੁਸੀਂ ਕਹਿੰਦੇ ਵੀ ਇਹ ਗੱਲਾਂ ਸਾਡੇ ਲਈ ਬਹੁਤ ਜ਼ਿਆਦਾ ਕਰਨੀਆਂ, ਸਾਡੇ ਕੋਲ ਇਹ ਨਹੀਂ ਮਨ ਹੁੰਦੀਆਂ, ਨਹੀਂ ਸਾਡੇ ਕੋਲ ਹੁੰਦਾ, ਪਰ ਨਹੀਂ ਮੇਰੇ ਜੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ। ਪਰਮੇਸ਼ਰ ਦੇ ਆਪਾਂ ਜਿਸ ਤਰ੍ਹਾਂ ਪਹਿਲਾਂ ਪੁਸਤਕ ਸਾਹਿਬ ਦੇ 28 ਬਾਬ 'ਚ ਪੜਿਆ ਕਿ ਮੇਰੇ ਸਾਰੇ ਵਚਨਾਂ ਨੂੰ ਸੁਣੋ ਤੇ ਉਹਨੇ ਮੇਰੇ ਸਾਰੇ ਹੁਕਮਾਂ ਨੂੰ ਜਿਹੜਾ ਉਹਦੇ ਉੱਪਰ ਚੱਲੋ ਤੇ ਉਹਨਾਂ ਨੂੰ ਮੰਨੋ। ਕਹਿੰਦਾ ਹਾਲੇਲੂਇਆ। ਤਾਂ ਫਿਰ ਕਹਿੰਦਾ ਪਰਮੇਸ਼ਰ ਕਹਿੰਦਾ ਤੁਹਾਨੂੰ ਮੈਂ ਬਰਕਤ ਦਿਆਂਗਾ। ਕਹਿੰਦਾ ਫਿਰ ਮੈਂ ਤੁਹਾਨੂੰ ਸਾਰੀਆਂ ਕੌਮਾਂ ਤੋਂ ਵੀ ਕੀ ਕਰਾਂਗਾ, ਉੱਚਾ ਕਰਾਂਗਾ। ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ। ਤਾਂ ਇਸੇ ਦੀ ਮਲਾਕੀ 3 ਬਾਬ ਦੀ ਆਪਾਂ 16 ਜਦੋਂ ਦੇਖਦੇ ਤਾਂ ਯਹੋਵਾ ਦਾ ਭੈ ਮੰਨਣ ਵਾਲਿਆਂ ਦੇ ਲਈ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਜਿਹੜੇ ਫਿਰ ਉੱਥੇ ਜਿਹੜੇ ਬੈਠੇ ਸੀ ਲੋਕੀ ਇਹ ਵਚਨ ਸੁਣਦੇ ਸੀ ਤੇ ਯਹੋਵਾ ਦਾ ਭੈ ਮੰਨਣ ਵਾਲੇ ਲੋਕ ਜਿਹੜੇ ਆ ਇੱਕ ਦੂਜੇ ਨਾਲ ਕੀ ਕਰਦੇ ਸੀਗੇ, ਗੱਲਾਂ ਕੀਤੀਆਂ ਉਹਨਾਂ ਨੇ। ਤਾਂ ਯਹੋਵਾ ਨੇ ਧਿਆਨ ਦੇ ਕੇ ਸੁਣੀਆਂ। ਜਦੋਂ ਅਸੀਂ ਡਰ ਰੱਖਦੇ ਹਾਂ ਪਰਮੇਸ਼ਰ ਦਾ ਡਰ ਰੱਖ ਕੇ ਜਦੋਂ ਅਸੀਂ ਇਹ ਸਾਰੀ ਜਦੋਂ ਬਾਣੀ ਸੁਣਦੇ ਸਾਡੀਆਂ ਜ਼ਿੰਦਗੀਆਂ 'ਚ ਡਰ ਹੁੰਦਾ ਹੈ ਤਾਂ ਫਿਰ ਕੀ ਕਰਦੇ ਅਸੀਂ ਗੁਨਾਹ ਕਰ ਨਹੀਂ ਸਕਦੇ ਮੇਰੇ ਜੀਜੋ। ਅਸੀਂ ਪਰਮੇਸ਼ਰ ਦਾ ਹੁਕਮ ਟਾਲ ਨਹੀਂ ਸਕਦੇ ਹੈਗੇ। ਹਾਲੇਲੂਇਆ। ਪਰਮੇਸ਼ਰ ਦਾ ਹੁਕਮ ਟਾਲ ਨਹੀਂ ਸਕਦੇ। ਤਾਂ ਕੀ ਆ ਉਹ ਗੱਲਾਂ ਜਿਹੜੀਆਂ ਜਦੋਂ ਸਾਡੇ ਵਿੱਚ ਹੁੰਦੀਆਂ, ਜਦੋਂ ਅਸੀਂ ਪਰਮੇਸ਼ਰ ਦਾ ਡਰ ਰੱਖਦੇ ਹਾਂ ਤਾਂ ਪਰਮੇਸ਼ਰ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ। ਤਾਂ ਫਿਰ ਅਸੀਂ ਕੋਈ ਗੁਨਾਹ ਨਹੀਂ ਕਰ ਸਕਦੇ। ਤਾਂ ਪਰਮੇਸ਼ਰ ਦੇ ਵਚਨ 'ਚ ਲਿਖਿਆ ਯਹੋਵਾ ਨੇ ਧਿਆਨ ਦੇ ਕੇ ਉਹ ਗੱਲਾਂ ਸੁਣੀਆਂ ਤਾਂ ਯਹੋਵਾ ਦੇ ਡਰਨ ਵਾਲਿਆਂ ਲਈ, ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਾਰੀ ਲਈ ਪੁਸਤਕ ਲਿਖੀ ਗਈ। ਹਾਲੇਲੂਇਆ। ਜਦੋਂ ਜਿਹੜੇ ਲੋਕ ਡਰਦੇ ਆ, ਜਿਹੜੇ ਪਰਮੇਸ਼ਰ ਦੇ ਹੁਕਮਾਂ ਦੇ ਉੱਪਰ ਚੱਲਦੇ ਆ, ਫਿਰ ਉਹਨਾਂ ਦੇ ਨਾਮ ਜਿਹੜੇ ਹੈ ਉਹ ਜੀਵਨ ਦੀ ਪੋਥੀ ਦੇ ਵਿੱਚ ਲਿਖੇ ਜਾਣਗੇ ਮੇਰੇ ਜੀਜੋ। ਜੀਵਨ ਦੀ ਪੋਥੀ ਦੇ ਵਿੱਚ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਜਿਹੜੇ ਧਰਮੀ ਲੋਕ ਆ ਉਹ ਸੂਰਜ ਵਾਂਗੂ ਚਮਕਣਗੇ। ਹਾਲੇਲੂਇਆ। ਸੂਰਜ ਵਾਂਗੂ ਚਮਕਣਗੇ। ਹਾਲੇਲੂਇਆ। ਤਾਂ ਮੇਰੇ ਜੀਜੋ ਜਦੋਂ ਪਰਮੇਸ਼ਰ ਇੱਥੇ ਆਏਗਾ ਆਪਣੇ ਦੂਤਾਂ ਦੇ ਸਣੇ ਆਏਗਾ, ਤੁਹਾਨੂੰ ਆਵੇਗਾ, ਤੁਹਾਨੂੰ ਜਿਹੜਾ ਮਿਲਣ ਦੇ ਲਈ ਆਏਗਾ, ਤੁਹਾਨੂੰ ਦੇਖਣ ਲਈ, ਤੁਹਾਡੇ ਕੰਮਾਂ ਨੂੰ ਦੇਖਣ ਲਈ ਆਏਗਾ।
ਉਹ ਆਪਣੀ ਦੂਤਾਂ ਦੇ ਨਾਲ ਆਏਗਾ। ਜੇਕਰ ਤੁਹਾਡੇ ਉਸ ਪੁਸਤਕ ਜੀਵਨ ਦੀ ਪੋਥੀ ਦੇ ਵਿੱਚ ਨਾਂ ਲਿਖੇ ਹੋਣਗੇ ਤਾਂ ਪਰਮੇਸ਼ਰ ਤੁਹਾਨੂੰ ਕਹੇਗਾ ਆ ਜਾਓ ਮੇਰੇ ਮੁਬਾਰਕ ਲੋਗੋ, ਆ ਜਾਓ ਮੇਰੇ ਸਵਰਗ ਰਾਜ ਦੇ ਵਿੱਚ ਦਾਖਲ ਹੋ ਜਾਓ। ਹਾਲੇਲੂਇਆ। ਸੋ ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ ਨਾਲ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇਵੇ। ਅੱਜ ਅਸੀਂ ਸਿੱਖਿਆ ਕਿ ਅਸੀਂ ਪਰਮੇਸ਼ਰ ਦਾ ਹੁਕਮ ਜਿਹੜਾ ਆ ਉਹ ਮੰਨਣਾ ਹੈ, ਦਸਵੰਧ ਜਿਹੜਾ ਹੈ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਆਉਣਾ ਹੈ, ਤਾਂ ਕਿ ਅਸੀਂ ਪਰਮੇਸ਼ਰ ਕੋਲੋਂ ਹੋਰ ਬਹੁਤ ਸਾਰੀਆਂ ਬਰਕਤਾਂ ਪਾਈਏ, ਤਾਂ ਬਹੁਤ ਸਾਰੀਆਂ ਆਸ਼ਾਂ ਪਾਈਏ। ਪਰਮੇਸ਼ਰ ਇਹਨਾਂ ਵਚਨਾਂ ਨਾਲ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਆਸ਼ੀਸ਼ ਦੇਵੇ।